ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਲੰਡਨ ਵਾਸਤੇ ਰਵਾਨਾ ਹੋ ਗਏ। ਉਹਨਾਂ ਦੀ ਪਤਨੀ ਵੀ ਉਹਨਾਂ ਦੇ ਨਾਲ ਮੌਜੂਦ ਸਨ। ਕੁਈਨ ਐਲਿਜ਼ਾਬੈਥ ਦੇ ਫਿਨਰਲ ਦੇ ਵਿੱਚ ਰਾਸ਼ਟਰਪਤੀ ਵੱਲੋਂ ਹਿੱਸਾ ਲਿਆ ਜਾਏਗਾ, ਜਿਸ ਵਾਸਤੇ ਉਹ ਅੱਜ ਲੰਡਨ ਵਾਸਤੇ ਰਵਾਨਾ ਹੋ ਗਏ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਲੰਡਨ ਵਾਸਤੇ ਰਵਾਨਾ ਹੋ ਗਏ ਹਨ, ਜਿੱਥੇ ਉਨ੍ਹਾਂ ਵੱਲੋਂ ਮਹਾਰਾਣੀ ਐਲਿਜ਼ਾਬੈਥ ਦੇ ਫਿਊਨਰਲ ਦੇ ਵਿੱਚ ਹਿੱਸਾ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਬਾਈਡਨ ਵੱਲੋਂ ਵਾਈਟ ਹਾਊਸ ਫਰਸਟ ਲੇਡੀ ਜਿਲ ਬਾਈਡਨ ਦੇ ਨਾਲ ਛੱਡਿਆ ਗਿਆ, ਜਿੱਥੇ ਉਹ ਮਹਾਰਾਣੀ ਦੇ ਫਿਊਨਰਲ ਵਿੱਚ ਹਿੱਸਾ ਲੈਣ ਵਾਸਤੇ ਜਾ ਰਹੇ ਨੇ। ਦੱਸੀਏ ਕਿ ਪਿਛਲੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਲੰਡਨ ਵਾਸਤੇ ਰਵਾਨਾ ਹੋਏ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਸਨ। ਇਨ੍ਹਾਂ ਲੀਡਰਾਂ ਵੱਲੋਂ ਹੁਣ ਲੰਡਨ ਦੇ ਵਿੱਚ ਮਹਾਰਾਣੀ ਦੇ ਫਿਊਨਰਲ ਵਿੱਚ ਹਿੱਸਾ ਲਿਆ ਜਾਵੇਗਾ। ਉਧਰ ਜਾਣਕਾਰੀ ਮੁਤਾਬਕ ਪ੍ਰਿੰਸ ਵਿਲੀਅਮ ਜਿਹੜੇ ਬੱਚੇ ਲੰਬੀਆਂ ਕਤਾਰਾਂ ਵਿੱਚ ਲੱਗੇ ਹੋਏ ਸਨ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਇਹ ਉਹ ਬੱਚੇ ਸਨ ਜਿਹੜੇ ਕਿ ਉਹਨਾਂ ਦੀ ਗ੍ਰੈਂਡ ਮਦਰ ਦੀ ਕੌਫਿਨ ਨੂੰ ਦੇਖਣ ਵਾਸਤੇ ਪਹੁੰਚੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਬੱਚੇ ਕਾਫੀ ਲੰਬੇ ਸਮੇਂ ਤੋਂ ਇਨ੍ਹਾਂ ਲਾਈਨਾਂ ਦੇ ਵਿੱਚ ਖੜ ਕੇ ਇੰਤਜ਼ਾਰ ਕਰ ਰਹੇ ਸਨ। ਅਥਾਰਟੀਜ਼ ਵੱਲੋਂ ਵੀ ਲਗਾਤਾਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਪ੍ਰਿੰਸ ਵਿਲੀਅਮ ਵੱਲੋਂ ਕਿੰਗ ਚਾਰਲਸ III ਤੋਂ ਵੱਧ ਸਮਾਂ ਲਾਈਨ ਦੇ ਵਿੱਚ ਬਿਤਾਇਆ ਗਿਆ ਹੈ, ਜਿੱਥੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਕਿੰਗ ਚਾਰਲਸ ਵੱਲੋਂ ਵੀ ਅਜਿਹਾ ਕੀਤਾ ਗਿਆ। ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਕੁਈਨ ਐਲਿਜ਼ਾਬੈਥ II ਦੇ ਵਿਜਲ ਦੇ ਉੱਪਰ ਪਹੁੰਚੇ, ਜਿੱਥੇ ਪ੍ਰਿੰਸ ਹੈਰੀ ਨੂੰ ਇਹ ਆਗਿਆ ਦਿੱਤੀ ਗਈ ਕਿ ਉਹ ਮਿਲਟਰੀ ਦੀ ਵਰਦੀ ਪਾ ਸਕਣ। ਮਾਈਗ੍ਰੇਟਸ ਦਾ ਮੁੱਦਾ ਅਮਰੀਕਾ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟੈਕਸਸ ਤੋਂ ਲਗਾਤਾਰ ਬੱਸਾਂ ਦੇ ਵਿੱਚ ਬਿਠਾ ਕੇ ਮਾਈਗ੍ਰੇਟਸ ਰਾਜਧਾਨੀ ਤੇ ਨਿਊਯਾਰਕ ਦੇ ਵਿੱਚ ਭੇਜੇ ਜਾ ਰਹੇ ਨੇ। ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ 50 ਮਾਈਗ੍ਰੈਂਟਸ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਘਰ ਦੇ ਬਾਹਰ ਪਹੁੰਚੇ ਨੇ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ 6 ਹੋਰ ਬੱਸਾਂ ਨਿਊਯਾਰਕ ਦੇ ਵਿੱਚ ਭੇਜੀਆਂ ਜਾਣਗੀਆਂ। ਅਮਰੀਕਾ ਵਿੱਚ ਮਾਈਗ੍ਰੈਂਟਸ ਦਾ ਮੁੱਦਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਿਊਯਾਰਕ ਸ਼ਹਿਰ ਰਾਜਧਾਨੀ ਦੇ ਵਿੱਚ ਲਗਾਤਾਰ ਮਾਈਗ੍ਰੈਂਟਸ ਬੱਸਾਂ ਵਿੱਚ ਬਿਠਾ ਕੇ ਭੇਜੇ ਜਾ ਰਹੇ ਨੇ। ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਘਰ 50 ਮਾਈਗ੍ਰੈਂਟਸ ਪਹੁੰਚੇ ਨੇ। ਇਸ ਤੋਂ ਇਲਾਵਾ ਨਿਊਯਾਰਕ ਦੇ ਵਿੱਚ 6 ਹੋਰ ਬੱਸਾਂ ਭੇਜਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਵਾਸ਼ਿੰਗਟਨ ਡੀਸੀ ਦੇ ਵਿੱਚ ਜੋ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਘਰ ਹੈ, ਉੱਥੇ 50 ਮਾਈਗ੍ਰੈਂਟਸ ਬੱਸ ਦੇ ਵਿੱਚ ਪਹੁੰਚੇ ਹਨ। ਟੈਕਸਸ ਵੱਲੋਂ 6 ਹੋਰ ਬੱਸਾਂ ਨਿਊਯਾਰਕ ਸ਼ਹਿਰ ਵਿੱਚ ਭੇਜੀਆਂ ਜਾਣਗੀਆਂ। ਇਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਹ ਉਹ ਮਾਈਗ੍ਰੈਂਟਸ ਨੇ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਪਾਰ ਕਰਕੇ ਆਉਂਦੇ ਹਨ। ਜਿਹੜੇ ਮਾਈਗ੍ਰੈਂਟਸ ਨੂੰ ਬੱਸਾਂ ਵਿੱਚ ਬਿਠਾ ਕੇ ਭੇਜਿਆ ਜਾ ਰਿਹਾ ਹੈ, ਉਹਨਾਂ ਵਿੱਚ ਜ਼ਿਆਦਾਤਰ ਵੈਨੇਜ਼ੁਏਲਾ ਨਾਲ ਸੰਬੰਧਿਤ ਦੱਸੇ ਗਏ। ਇਹਨਾਂ ਵਿੱਚ 1 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ। ਜਾਣਕਾਰੀ ਮੁਤਾਬਕ ਪਹਿਲਾਂ ਬੱਸਾਂ ਵੀਰਵਾਰ ਵਾਲੇ ਦਿਨ ਭੇਜੀਆਂ ਗਈਆਂ। 2 ਬੱਸਾਂ ਭੇਜਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਬਾਰੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ, ਜਿੱਥੇ ਉਹਨਾਂ ਨੇ ਇਸ ਨੂੰ ਇੱਕ ਪੋਲੀਟੀਕਲ ਸਟੰਟ ਦੱਸਿਆ ਹੈ। ਦੱਸੀਏ ਕਿ ਅਮਰੀਕਾ ਦੇ ਵਿੱਚ ਬਾਰਡਰ ਸੰਬੰਧੀ ਰਾਹਤ ਦੇਣ ਦਾ ਰਾਸ਼ਟਰਪਤੀ ਬਾਈਡਨ ਵੱਲੋਂ ਐਲਾਨ ਕੀਤਾ ਗਿਆ। ਪਹਿਲਾਂ ਟਰੰਪ ਐਰਾ ਦੌਰਾਨ ਬਾਰਡਰ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ, ਪਰ ਬਾਈਡਨ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਬਾਰਡਰ ਸੰਬੰਧੀ ਹੁਣ ਨਰਮੀ ਲਿਆਂਦੀ ਜਾਏਗੀ। ਬਹੁਤ ਸਾਰੇ ਗਵਰਨਰਸ ਨੂੰ ਇਹ ਮਨਜ਼ੂਰ ਨਹੀਂ, ਜਿਸ ਤੋਂ ਬਾਅਦ ਟੈਕਸਸ ਲਗਾਤਾਰ ਇਸ ਦਾ ਵਿਰੋਧ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਟੈਕਸਸ ਦੇ ਗਵਰਨਰ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਉਹ ਬੱਸਾਂ ਦੇ ਵਿੱਚ ਮਾਈਗ੍ਰੈਂਟਸ ਨੂੰ ਬਿਠਾ ਕੇ ਰਾਜਧਾਨੀ ਵੱਲ ਭੇਜਣਗੇ, ਤੇ ਅਜਿਹਾ ਹੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਲਗਾਤਾਰ ਬੱਸਾਂ ਦੇ ਵਿੱਚ ਮਾਈਗ੍ਰੈਂਟਸ ਨੂੰ ਬਿਠਾ ਕੇ ਰਾਜਧਾਨੀ ਅਤੇ ਨਿਊਯਾਰਕ ਦੇ ਵਿੱਚ ਭੇਜਿਆ ਜਾ ਰਿਹਾ ਹੈ। ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਨੇ। ਜਹਾਜ਼ ਹਾਦਸੇ ਦੇ ਕਾਰਨ ਅਜੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ 2 ਦੀ ਮੌਤ ਹੋ ਗਈ। ਖਬਰ ਕੋਲੋਰਾਡੋ ਤੋਂ ਸਾਹਮਣੇ ਆਈ ਹੈ, ਜਿੱਥੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਸ ਹਾਦਸੇ ਵਿੱਚ 3 ਜਾਣਿਆਂ ਨੇ ਜਾਨ ਗਵਾ ਦਿੱਤੀ ਹੈ। ਇਸ ਬਾਰੇ ਉਹਨਾਂ ਵੱਲੋਂ ਹੁਣ ਤੱਕ ਦੀ ਡਿਟੇਲ ਵਿੱਚ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਹਾਦਸਾ 8:54 ਤੇ ਸਵੇਰ ਵੇਲੇ ਵਾਪਰਿਆ ਹੈ। ਇੱਕ ਜਹਾਜ਼ ਨਾਈਵਰ ਦੇ 1000 ਬਲਾਕ ਦੇ ਵਿੱਚ ਮਿਲਿਆ, ਜਦਕਿ ਦੂਸਰਾ 9700 ਬਲਾਕ ਦੇ ਵਿੱਚ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਜਿੱਥੇ ਉਹਨਾਂ ਨੇ ਹਾਦਸੇ ਦੇ ਬਾਰੇ ਡਿਟੇਲ ਦਿੱਤੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜਹਾਜ਼ ਵਿੱਚ 2 ਜਾਣੇ ਮੌਜੂਦ ਸਨ। ਇਹ ਹਾਦਸਾ ਵੈਨਸਬ੍ਰੈਡ 에ਅਰਪੋਰਟ ਦੇ ਨੇੜੇ ਵਾਪਰਿਆ ਹੈ।
ਮਾਮਲੇ ਸੰਬੰਧੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਟਵਿੱਟਰ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਦੂਸਰਾ ਜਹਾਜ਼ ਸੋਨਿਕ ਜ਼ੀਨੌਕਸ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। ਫਿਲਹਾਲ FAA ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਹਾਦਸੇ ਦੇ ਕਾਰਨ ਉਹਨਾਂ ਵੱਲੋਂ ਪਤਾ ਲਗਾਏ ਜਾ ਸਕਣ। ਹੁਣ ਤੱਕ ਦੀ ਅਪਡੇਟ ਦੇ ਵਿੱਚ ਜਿਹੜੇ ਮ੍ਰਿਤਕ ਪਾਏ ਗਏ ਉਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਤੇ ਨਾ ਹੀ ਹੋਰ ਕੋਈ ਜਾਣਕਾਰੀ ਦਿੱਤੀ ਗਈ। ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ। ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਹੈ, ਇਸ ਨਾਲ ਜਾਣੂ ਕਰਵਾਇਆ ਗਿਆ। ਦੱਸਿਆ ਗਿਆ ਕਿ ਕਿਹੜੇ ਸੂਬੇ ਤੋਂ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ। ਮੌਂਕੀਪੌਕਸ ਦੀ ਸਥਿਤੀ ਦੇ ਬਾਰੇ ਸਾਰੀ ਅਪਡੇਟ ਸਾਂਝੀ ਕੀਤੀ ਗਈ ਹੈ। ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਦਾ ਕਹਿਰ ਅਜੇ ਵੀ ਜਾਰੀ ਹੈ। ਅਲੱਗ-ਅਲੱਗ ਦੇਸ਼ ਪਾਕਿਸਤਾਨ ਦੇ ਇਹਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਦਦ ਭੇਜ ਰਹੇ ਨੇ। ਅਮਰੀਕਾ ਤੋਂ ਵੀ ਕੁਝ ਅਜਿਹਾ ਹੀ ਹੁਣ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਅਮਰੀਕਾ ਵੱਲੋਂ ਪਾਕਿਸਤਾਨ ਦੀ ਸਹਾਇਤਾ ਕੀਤੀ ਜਾਵੇਗੀ। ਸਹਾਇਤਾ ਵਾਸਤੇ 5.30 ਕਰੋੜ ਡਾਲਰ ਦੀ ਰਾਸ਼ੀ ਦਾ ਐਲਾਨ ਹੁਣ ਅਮਰੀਕਾ ਵੱਲੋਂ ਕਰ ਦਿੱਤਾ ਗਿਆ ਹੈ। ਜੀ ਹਾਂ, ਪਾਕਿਸਤਾਨ ਦੇ ਵਿੱਚ ਜੋ ਹਾਲਾਤ ਨੇ, ਇਸ ਦੌਰਾਨ ਅਮਰੀਕਾ ਵੱਲੋਂ ਮਦਦ ਭੇਜੀ ਜਾਵੇਗੀ। ਵਾਈਟ ਹਾਊਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪਾਕਿਸਤਾਨ ਦੀ ਸਹਾਇਤਾ ਉਨ੍ਹਾਂ ਵੱਲੋਂ ਕਿਸ ਤਰ੍ਹਾਂ ਕੀਤੀ ਜਾਵੇਗੀ। ਦੱਸੀਏ ਕਿ ਪਾਕਿਸਤਾਨ ਦੇ ਵਿੱਚ ਜੋ ਕਾਫੀ ਜ਼ਿਆਦਾ ਬੇਮੌਸਮੀ ਬਾਰਿਸ਼ ਹੋਈ ਹੈ, ਉਸ ਕਾਰਨ ਪਿਛਲੇ 30 ਸਾਲਾਂ ਵਿੱਚ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਮੌਜੂਦਾ ਸਮੇਂ ਪਾਕਿਸਤਾਨ ਕਰ ਰਿਹਾ ਹੈ, ਜਿੱਥੇ ਜੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਹੜ੍ਹ ਕਾਰਨ ਮੌਤ ਹੋ ਚੁੱਕੀ ਹੈ। ਇਸ ਹੜ੍ਹ ਦੀ ਮਾਰ ਹੇਠ 3.30 ਕਰੋੜ ਤੋਂ ਵੱਧ ਲੋਕ ਆਏ ਨੇ। ਇੱਥੇ ਦੇਸ਼ ਦੇ ਵਿੱਚ 1/3 ਹਿੱਸਾ ਪਾਣੀ ਦੇ ਵਿੱਚ ਡੁੱਬ ਗਿਆ ਤੇ ਹਰ 7 ਵਿੱਚੋਂ ਇੱਕ ਵਿਅਕਤੀ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਾਇਆ ਗਿਆ ਹੈ। ਇਸ ਹੜ੍ਹ ਦੇ ਸੰਕਟ ਕਾਰਨ ਪਾਕਿਸਤਾਨ ਨੂੰ $12 ਮਿਲੀਅਨ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 78,000 ਵਰਗ ਕਿਲੋਮੀਟਰ ਵਿੱਚ ਪਾਣੀ ਅੰਦਰ ਫਸਲ ਡੁੱਬ ਗਈ ਹੈ। ਹੁਣ ਇਸ ਬਾਰੇ ਅਮਰੀਕਾ ਤੋਂ ਜੋ ਜਾਣਕਾਰੀ ਸਾਹਮਣੇ ਆਈ, ਉੱਥੇ ਵਾਈਟ ਹਾਊਸ ਵੱਲੋਂ ਪੂਰੀ ਡਿਟੇਲ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪਾਕਿਸਤਾਨ ਨੂੰ ਉਹਨਾਂ ਵੱਲੋਂ ਮਦਦ ਭੇਜੀ ਜਾਵੇਗੀ। ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਕੈਨੇਡਾ ਵੱਲੋਂ ਵੀ ਇੱਕ ਵਾਧੂ ਸਹਾਇਤਾ ਦੇਣ ਦਾ ਐਲਾਨ ਪਾਕਿਸਤਾਨ ਵਾਸਤੇ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਵੱਲੋਂ ਚੇਤਾਵਨੀ ਦਿੱਤੀ ਗਈ। ਇਹ ਚੇਤਾਵਨੀ ਕੋਰੋਨਾ ਵਾਇਰਸ ਦੇ ਨਾਲ ਜੁੜੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਮਾਮਲੇ ਚਾਹੇ ਘੱਟ ਹੋਏ ਨੇ, ਪਰ ਕੋਰੋਨਾ ਅਜੇ ਖਤਮ ਨਹੀਂ ਹੋਇਆ। ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਵਾਇਰਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਚਾਹੇ ਮੌਤਾਂ ਦਾ ਅੰਕੜਾ ਘੱਟ ਹੋਇਆ, ਪਰ ਪੈਂਡੈਮਿਕ ਅਜੇ ਖਤਮ ਨਹੀਂ ਹੋਇਆ। ਜੀ ਹਾਂ, ਵਿਸ਼ਵ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਜੋ ਮੌਤਾਂ ਹੋ ਰਹੀਆਂ ਨੇ, ਉਹਨਾਂ ਦੀ ਗਿਣਤੀ ਵੀ ਹੇਠਾਂ ਆਈ ਹੈ, ਜਿਸ ਤੋਂ ਬਾਅਦ WHO ਦੇ ਡਾਇਰੈਕਟਰ ਜਨਰਲ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ। We have never been in a better position to end the pandemic. We're not there yet, but the end is in sight. A marathon runner does not stop when the finish line comes into view. She runs harder with all the energy she has left. So must we. We can see the finish line. We are in a winning position, but now is the worst time to stop running. Now is the time to run harder and make sure we cross the line and reap the rewards of all our hard work. If we don't take this opportunity now, we run the risk of more variants, more deaths, more disruption, and more uncertainty. So let's seize this opportunity. Meanwhile, the downward trend in the global monkeypox outbreak is continuing. But as with COVID-19, this is not the time to relax or let down our guard. This is the time for all affected countries and communities to keep doing what's working. ਅਮਰੀਕਾ ਵੱਲੋਂ ਪਾਕਿਸਤਾਨ ਦੀ ਮਦਦ ਕੀਤੀ ਜਾਵੇਗੀ। ਹੋਰ ਮਦਦ ਭੇਜਣ ਦਾ ਅਮਰੀਕਾ ਵੱਲੋਂ ਐਲਾਨ ਕੀਤਾ ਗਿਆ, ਜਿਸ ਬਾਰੇ ਵਾਈਟ ਹਾਊਸ ਵੱਲੋਂ ਡਿਟੇਲ ਦਿੱਤੀ ਗਈ ਹੈ। ਦੱਸਦੀਏ ਕਿ ਇਸ ਸਮੇਂ ਪਾਕਿਸਤਾਨ ਵਿੱਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ 1000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਤੇ ਪਾਕਿਸਤਾਨ ਦਾ ਵੱਡਾ ਨੁਕਸਾਨ ਵੀ ਹੋ ਚੁੱਕਿਆ ਹੈ। ਮੌਂਕੀਪੌਕਸ ਵਾਇਰਸ ਦੀ ਅਮਰੀਕਾ ਵਿੱਚ ਕੀ ਸਥਿਤੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਹੁਣ ਤੱਕ ਕਿਹੜੇ ਸੂਬੇ ਤੋਂ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ।
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਪਹਿਲਾਂ ਦੇ ਮੁਕਾਬਲੇ ਇਹਨਾਂ ਕੇਸਿਸ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਲੱਗ-ਅਲੱਗ ਸਟੇਟਸ ਦੇ ਵਿੱਚ ਇਸ ਵਾਇਰਸ ਦੀ ਬਾਰੇ ਕੀ ਸਥਿਤੀ ਦੱਸੀ ਗਈ ਤੁਹਾਨੂੰ ਦੱਸਦੇ ਹਾਂ। ਡਿਸਟ੍ਰਿਕਟ ਆਫ ਕੋਲੰਬੀਆ ਵਿੱਚ 473, ਨਿਊਯਾਰਕ ਵਿੱਚ 3694, ਜਾਰਜੀਆ ਵਿੱਚ 1614, ਕੈਲੀਫੋਰਨੀਆ ਵਿੱਚ 4300, ਫਲੋਰੀਡਾ ਵਿੱਚ 2301, ਮੈਰੀਲੈਂਡ ਵਿੱਚ 598, ਇਲੀਨੋਇਸ ਵਿੱਚ 1187, ਵਾਸ਼ਿੰਗਟਨ ਵਿੱਚ 535, ਨਿਊ ਜਰਸੀ ਵਿੱਚ 633, ਟੈਕਸਸ ਵਿੱਚ 2017, ਨੇਵਾਡਾ ਵਿੱਚ 204, ਰੋਡ ਆਈਲੈਂਡ ਵਿੱਚ 61, ਐਰੀਜ਼ੋਨਾ ਵਿੱਚ 399, ਪੈਂਸਿਲਵੇਨੀਆ ਵਿੱਚ 678, ਮੈਸੇਚਿਊਸੇਟ ਵਿੱਚ 356, ਵਰਜੀਨੀਆ ਵਿੱਚ 422, ਪੋਰਟੋਰੀਕੋ ਵਿੱਚ 155, ਲੁਜ਼ੀਆਨਾ ਵਿੱਚ 219, ਔਰੇਗਨ ਵਿੱਚ 183, ਨਾਰਥ ਕੈਰੋਲੀਨਾ ਵਿੱਚ 435, ਕੋਲੋਰਾਡੋ ਵਿੱਚ 235, ਯੂਟਾ ਵਿੱਚ 128, ਟੈਨੇਸੀ ਵਿੱਚ 239, ਇੰਡੀਆਨਾ ਵਿੱਚ 195, ਮਿਨੀਸੋਟਾ ਵਿੱਚ 163, ਸਾਊਥ ਕੈਰੋਲੀਨਾ ਵਿੱਚ 133, ਮਿਸ਼ੀਗਨ ਵਿੱਚ 237, ਹਾਇਓ ਵਿੱਚ 236, ਨਿਊ ਹੈਂਪਸ਼ਾਇਰ ਵਿੱਚ 27, ਮਿਸੀਸਿਪੀ ਵਿੱਚ 55, ਐਲਬਾਮਾ ਵਿੱਚ 90, ਹਵਾਈ 'ਚ 25, ਅਰਕਾਨਸਾਸ 'ਚ 52, ਨਿਊ ਮੈਕਸੀਕੋ ਵਿੱਚ 33, ਨੇਬਾਰਸਕਾ ਵਿੱਚ 28, ਵਿਸਕੌਨਸਿਨ ਵਿੱਚ 64, ਕੈਂਟਕੀ ਵਿੱਚ 39, ਓਕਲਾਹੋਮਾ ਵਿੱਚ 31, ਨਾਰਥ ਡਕੋਟਾ ਵਿੱਚ 5, ਵੈਸਟ ਵਰਜੀਨੀਆ ਵਿੱਚ 10, ਵੈਰਮੌਂਟ ਵਿੱਚ 3, ਮੋਂਟਾਨਾ ਵਿੱਚ 5, ਅਲਾਸਕਾ ਵਿੱਚ 3, ਵਾਇਓਮਿੰਗ 2, ਕੈਂਸਸ 7, ਨਿਊ ਡਕੋਟਾ ਵਿੱਚ 2 ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦੇ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਦਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।